आपे भांडे साजे ने आपे पूरन दे, एक नींद समाये चुले रैन चढ़े, एक निहाले पैसवने उकर रैन खड़े, तेरा सवारे नानका जिनको नदर करे महला दूजा। आपे साजे कर आप जाई बिरखे आप, तिसु जंतु पाए कै देखे ताप ताप, किसनो कहिए नानका सब किछ आपे आप, सब किछ आपे आप, सब किछ आपे आप। बड़ी बड़की अपनी किछ कहना कहन न जाए, सो करता कादर करी, ने जिया रिजक समाए साहिकार कमावणी, तुर चौंडी तिन पाए नानक की बाहर, और दूजी नाही जाए सो करे रे तिसे रजाए 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 शुद्ध। वाहिगुरु जी का खालसा वाहिगुरु जी की फतेह फतेह, वाहिगुरु जी का खालसा वाहिगुरु जी की फतेह, वाहिगुरु जी की फतेह, वाहिगुरु जी की फतेह। वाहिगुरु जी का खालसा वाहिगुरु जी की फतेह। पौड़ी वड्डे किया वड्याइयां, किछ कहना कहन ना जाए, सो करता कादर करी, दे जियां रिजक संभाए, साई कार कमावणी, तुर चौंडी तिलै पाए, नानक की बारी होर दूजी नाही जाए, सो करे जित सैर जाए, सो करे जित सैर जाए। शुद्ध जुगो जुग टल सतगुरु श्री गुरु ग्रंथ ਸਾਹਿਬ महाराज सच्चे पातशाह जी का कोटान कोट शुक्र है, जिन्हों ने अपार मेहर बख्शिश करके अमृत वेले पवित्र हजूरी अंदर शब्द कीर्तन नाल जोड़ करके सत्संगत दे लाहे बख्शे, गरीब नवाज सरबत दा पढ़िया सुनिया लेखे लाउण गुरु चरणां नाल बण आवे। आओ सरवण करिए लड़ीवार गुर शब्द विचार सत्कारयोग हरिंदर सिंह जी होरां पासों। वाहिगुरु जी का खालसा वाहिगुरु जी की फतेह। संतह मन पवनै सुख बनिया, किश जोग प्राप्त गनिया। रहाओ गुर दिखलाई मोरी, जित मिर्ग पड़त है चोरी। मूंद लिए दरवाजे, बाजी अले अनहद बाजे। कुंभ कमल जल भरिया, जल मेटिया उभा करिया। कहो कबीर जन जानिया, जाओ जानिया ताओ मन मानिया। कहो कबीर जन जानिया, जाओ जानिया ताओ मन मानिया। वाहिगुरु जी का खालसा वाहिगुरु जी की फतेह। धन धन सह महाराज सच्चे पातशाह जीओ, श्री गुरु ग्रंथ साहिब जी साहिबां दी पावन पवित्र हजूरी अंदर जुड़ बैठी गुरु दे प्यार वाली गुरु दी साजी नवाजी साध संगत जी। सतगुरां दी अपर अपार मेहर किरपा रहमत बख्शिश दा सदका अमृत वेले गुरु चरनां विच हाजरी भरन दा सुभाग समा प्राप्त होया है।
ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ ਤੇ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ ਸੋਰਠ ਰਾਗ ਵਿੱਚ ਹੈ। ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 656 ਤੇ ਸ਼ਿਸ਼ੋਭਤ ਹੈ। ਕਬੀਰ ਸਾਹਿਬ ਜੀ ਕਿਰਪਾ ਕਰ ਰਹੇ ਨੇ। ਆਓ ਆਪਾਂ ਸਰਵਣ ਕਰੀਏ ਜੀ। ਸੰਤ ਹੋ ਮਨ ਪਵਨੈ ਸੁਖ ਬਨਿਆ, ਕਿਛ ਜੋਗ ਪ੍ਰਾਪਤ ਗਨਿਆ। ਕਬੀਰ ਸਾਹਿਬ ਜੀ ਦੀ ਜੋਗੀਆਂ ਦੇ ਨਾਲ ਚਰਚਾ ਹੋ ਜਾਂਦੀ ਸੀ। ਕਬੀਰ ਸਾਹਿਬ ਨੂੰ ਨਹੀਂ ਸੀ ਲੋੜ ਹੁੰਦੀ ਵੀ ਉਹ ਕਿਸੇ ਜੋਗੀ ਨਾਲ ਚਰਚਾ ਕਰਨ, ਜਾ ਕੇ ਕਿਸੇ ਪੰਡਤ ਦੇ ਨਾਲ ਚਰਚਾ ਕਰਨ, ਕਿਸੇ ਕਾਜੀ ਦੇ ਨਾਲ। ਕਬੀਰ ਸਾਹਿਬ ਜੀ ਆਪਣੇ ਅਸਥਾਨ 'ਤੇ ਉਹਨਾਂ ਨੇ ਰਹਿਣਾ। ਜੇ ਕਿਸੇ ਨੇ ਬੁਲਾ ਲਿਆ ਤੇ ਉਹਦੇ ਕੋਲ ਚਲੇ ਗਏ, ਜਾਂ ਆਪਣੀ ਮਨ ਦੇ ਮੌਜ ਦੇ ਵਿੱਚ ਬਾਹਰ ਸੈਰ ਕਰ ਲਈ। ਚਰਚਾ ਨੂੰ ਮੁੱਖ ਰੱਖ ਕੇ ਕਿਸੇ ਦੇ ਨਾਲ ਬਹਿਸ ਵਿੱਚ ਨਹੀਂ ਸੀ ਉਹ ਪੈਂਦੇ ਹੁੰਦੇ, ਕਿਉਂਕਿ ਉਹਨਾਂ ਦੇ ਕੋਲ ਗਿਆਨ ਬੜਾ ਸੋਲਿਡ ਸੀ। ਜਿਹਦੇ ਕੋਲ ਚਾਨਣ ਹੈ, ਗਿਆਨ ਹੈ, ਉਹ ਕਿਉਂ ਕਿਸੇ ਨਾਲ ਚਰਚਾ ਕਰੇਗਾ? ਲੋੜ ਹੀ ਨਹੀਂ। ਉਹ ਆਪਣੇ ਰਾਹ ਦੇ ਉੱਤੇ ਤੁਰਿਆ ਹੋਇਆ ਬੜੇ ਆਨੰਦ ਦੇ ਨਾਲ। ਹਾਂ, ਜੇ ਉਹਨੂੰ ਕੋਈ ਆਣ ਕੇ ਕਹੇ ਵੀ ਤੂੰ ਗਲਤ ਹੈ, ਉਹ ਫਿਰ ਸਾਬਤ ਕਰਦਾ ਵੀ ਮੈਂ ਗਲਤ ਨਹੀਂ ਹੈ, ਮੈਂ ਸਹੀ ਜਾ ਰਿਹਾ। ਉਹਨੂੰ ਫਿਰ ਆਪਾਂ ਕਹਿੰਦੇ ਵੀ ਜੋਗੀ ਦੇ ਨਾਲ ਵਿਚਾਰ ਹੋਈ ਜਾਂ ਕਾਜੀ ਨਾਲ ਵਿਚਾਰ ਹੋਈ। ਹੁਣ ਕਬੀਰ ਸਾਹਿਬ ਨੂੰ ਕਿਸੇ ਨੇ ਕਿਹਾ ਹੀ ਹੋਵੇਗਾ ਨਾ, ਕਿਸੇ ਜੋਗੀ ਨੇ, ਤਦ ਹੀ ਇਹ ਗੱਲ ਕਬੀਰ ਸਾਹਿਬ ਨੇ ਕਹੀ ਹੈ ਵੀ ਜੋਗ ਦੇ ਵਿੱਚ ਬੜਾ ਆਨੰਦ ਹੈ। ਜਿਹੜਾ ਜੋਗ ਹੈ ਇਹ 'ਚ ਆਨੰਦ ਹੈ। ਅਨਹਦ ਸ਼ਬਦ ਜੋਗੀ ਸੁਣਦੇ ਨੇ। ਉਹ ਅਨਹਦ ਸ਼ਬਦ ਜੋਗੀਆਂ ਨੂੰ ਹੀ ਸੁਣਦਾ ਹੈ, ਹੋਰ ਕਿਸੇ ਨੂੰ ਨਹੀਂ ਸੁਣਦਾ। ਫਿਰ ਜੋਗ ਕਮਾਉਣ ਦੇ ਵਾਸਤੇ ਘਰ ਪਰਿਵਾਰ ਛੱਡਣਾ ਪੈਂਦਾ ਹੈ, ਦੁਨੀਆ ਦੇ ਸੁੱਖ ਛੱਡਣੇ ਪੈਂਦੇ ਨੇ। ਫਿਰ ਕਿਤੇ ਜਾ ਕੇ ਜੋਗ ਦੀ ਕਮਾਈ ਹੁੰਦੀ ਹੈ। ਗੱਲੀ ਜੋਗ ਨਾ ਹੋਈ, ਗੱਲਾਂ ਦੇ ਨਾਲ ਥੋੜ੍ਹੀ ਜੋਗ ਕਮਾਇਆ ਜਾਂਦਾ। ਕਬੀਰ ਸਾਹਿਬ ਜੀ ਨੇ ਇੱਕ ਪੁਆਇੰਟ ਰੱਖ ਦਿੱਤਾ। ਉਹਨਾਂ ਦਾ ਇੱਕ ਕੁਐਸਚਨ ਹੋ ਗਿਆ। ਕਹਿੰਦੇ ਠੀਕ ਹੈ, ਜੇ ਤੁਸੀਂ ਜੋਗੀ ਹੋ, ਕਿ ਜਿਹੜਾ ਮਨ ਡੋਲਣੋਂ ਹਟ ਗਿਆ? ਮਨ ਡੋਲਣੋਂ ਹਟਿਆ? ਕਹਿੰਦੇ ਮਨ ਤਾਂ ਪਵਨ ਹੈ, ਇਹ ਤਾਂ ਹਵਾ ਆ। ਜਿੱਦਾਂ ਹਵਾ ਜਿਹੜੀ ਹੈ ਉਹ ਚੱਲਦੀ ਰਹਿੰਦੀ ਹੈ, ਚੱਲਦੀ ਰਹਿੰਦੀ, ਕਦੀ ਹੌਲੀ ਹੋ ਜਾਂਦੀ, ਕਦੀ ਤੇਜ਼ ਹੋ ਜਾਂਦੀ ਹੈ। ਸੋ ਮਨ ਕਦੀ ਤਾਂ ਸਲੋ ਹੋ ਜਾਂਦਾ ਅਤੇ ਕਦੀ ਬਹੁਤ ਸਪੀਡ ਹੋ ਜਾਂਦੀ। ਮਨ ਦੀ ਤਾਂ ਸਪੀਡ ਹੀ ਨਹੀਂ ਗਿਣੀ ਜਾਂਦੀ। ਜਿੰਨੀ ਮਨ ਦੀ ਸਪੀਡ, ਇੰਨੀ ਤਾਂ ਹਵਾ ਦੀ ਵੀ ਸਪੀਡ ਨਹੀਂ ਜਿੰਨੀ ਮਨ ਦੀ ਸਪੀਡ ਹੈ। ਔਰ ਨਿਮਖ ਮਾਤਰ ਦੇ ਵਿੱਚ 4 ਕੁੰਟ ਦਹਿ ਦਿਸ ਭਰਮੇ। ਇੱਕ ਨਿਮਖ ਦੇ ਸਮੇਂ ਦੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਕੇ ਆ ਜਾਂਦਾ ਜਿਹੜਾ ਮਨ। ਅਤੇ ਦੁਚਿੱਤਾਪਨ ਜਿਹੜਾ ਬੰਦੇ ਵਿੱਚ ਰਹਿਣਾ, ਕਰਾਂ ਨਾ ਕਰਾਂ, ਜਾਵਾਂ ਨਾ ਜਾਵਾਂ, ਲਵਾਂ ਨਾ ਲਵਾਂ, ਬੋਲਾਂ ਨਾ ਬੋਲਾਂ, ਮਨ ਭਵਨਾ ਹੀ ਹੈ। ਕਿਉਂਕਿ ਮਨ ਨੇ ਜੋ ਕਹਿਣਾ ਉਹ ਕਰਨਾ। ਇੱਕ ਪਾਸੇ ਨੇ ਮਨ ਨੇ ਕਹਿਤਾ ਚੱਲ ਵੀ ਉੱਠ ਤੁਰ ਪਾ, ਨਾਲ ਹੀ ਮਨ ਕਹਿ ਗਿਆ ਜੇ ਤਾਂ ਤੁਰ ਪਿਆ ਫਿਰ ਤਾਂ ਠੀਕ ਹੋ ਗਿਆ। ਉਸੇ ਵਕਤ ਹੀ ਮਨ ਕਹਿੰਦਾ ਰਹਿਣ ਦੇ, ਪਵਨ ਹੀ ਆ। ਫਿਰ ਇੱਕਦਮ ਆਪਣੇ ਵਿਚਾਰ ਬਦਲਦਾ ਪਿਆ। ਮਨ ਦਾ ਪਵਨ ਸੁਭਾਅ ਦੇਖ ਕੇ ਹੀ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ, ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਮਨ ਦਾ ਪਵਨ ਸੁਭਾਅ ਸੋ ਚੰਗਾ ਵੀ ਹੈ ਅਤੇ ਮਾੜਾ ਵੀ ਹੈ। ਚੰਗਾ ਇਸ ਕਰਕੇ ਹੈ, ਜੇ ਹੁਣ ਇੱਕ ਛਣ ਮਨ ਵਿੱਚ ਖਿਆਲ ਆਇਆ ਮਾੜਾ, ਵਿਕਾਰੀ, ਅਤੇ ਉਸ ਵਕਤ ਥੋੜ੍ਹਾ ਚਿਰ ਬਸ ਮਨ ਨੂੰ ਰੋਕਣਾ ਹੀ ਆ, ਅਟਕਣਾ ਹੀ ਕੋਈ ਨਹੀਂ ਕਰ ਲੈਂਦੇ। ਥੋੜ੍ਹਾ ਜਿਹਾ ਅਟਕਣ ਦੀ ਢੇਰ ਹੈ, ਨਾਲ ਹੀ ਮਨ ਬਦਲ ਜਾਂਦਾ ਜੀ, ਕਿਉਂ ਪਵਨ ਹੈ, ਪਵਨ ਹੈ। ਅਤੇ ਮਹਾਰਾਜ ਕਹਿੰਦੇ ਨਹਿ ਬਿਲੰਬ ਧਰਮੰ। ਮਨ ਵਿੱਚ ਖਿਆਲ ਆਇਆ ਭਈ ਉੱਠੋ ਵੀ ਟਾਈਮ ਹੋ ਗਿਆ, ਦੇਰੀ ਨਹੀਂ ਕਰਨੀ, ਇਹਨੇ ਬਦਲ ਜਾਣਾ।
ਇਹਨੇ ਬਦਲ ਜਾਣਾ ਹੈ। ਇਹਨੇ ਕਿਹੜਾ ਨਹੀਂ ਸੌਂ ਜਾ, ਕੋਈ ਗੱਲ ਨਹੀਂ, ਬਾਅਦ 'ਚ ਉੱਠ ਲਵਾਂਗੇ, ਬਸ ਬਦਲ ਗਿਆ। ਵਿਚਾਰ ਆ ਗਈ ਮਨ ਦੇ ਵਿੱਚ ਵੀ ਕੱਲ੍ਹ ਤੋਂ ਪਾਠ ਸ਼ੁਰੂ ਕਰਨਾ, ਨਹੀਂ ਹੁਣ ਤੋਂ ਹੀ ਕਰ ਲੈ, ਇਹ ਚੰਗੀ ਰਾਇ ਮਨ ਦੇ ਰਿਹਾ ਤੈਨੂੰ। ਇਹਨੇ ਬਦਲ ਜਾਣਾ, ਜਦੋਂ ਕੱਲ੍ਹ ਆਉਣਾ ਇਹਨੇ ਬਦਲਿਆ ਹੋ ਜਾਣਾ। ਕੱਲ੍ਹ ਕੀ ਇਹਨੇ ਹੁਣੇ ਬਦਲ ਜਾਣਾ। ਇਹ ਨਾ ਚੰਗਾ ਵੀ ਹੈ ਇਹਦਾ ਬਦਲਣਾ, ਅਤੇ ਮਾੜਾ ਵੀ ਬਹੁਤ ਹੈ, ਮਾੜਾ ਵੀ ਬੜਾ ਹੈ। ਪਰ ਜਦੋਂ ਕੁਝ ਪ੍ਰਾਪਤ ਕਰਨਾ, ਜਦੋਂ ਰੱਬ ਦੇ ਨਾਲ ਜੁੜਨਾ ਹੈ, ਫਿਰ ਤਾਂ ਮਨ ਦੀ ਪਕੜ ਕਰਨੀ ਪੈਣੀ ਹੈ। ਜੇ ਰੱਬ ਦੇ ਨਾਲ ਨਹੀਂ ਜੁੜਨਾ, ਦੁਨਿਆਵੀ ਵਸਤਾਂ ਲੈਣੀ ਆ, ਫਿਰ ਕੋਈ ਨਹੀਂ, ਰਹਿਣ ਦਿਓ, ਨਾ ਦਿਓ ਧਿਆਨ ਮਨ ਤੇ ਸਰੀਰ 'ਤੇ ਧਿਆਨ ਦਿਓ। ਜੋਗੀ ਜਨ ਸਰੀਰ 'ਤੇ ਧਿਆਨ ਦਿੰਦੇ, ਜਦੋਂ ਯੋਗ ਕਮਾਉਂਦੇ ਆ, ਆਸਣ ਕਰਦੇ, ਸਰੀਰ 'ਤੇ ਤਾਂ ਧਿਆਨ ਹੁੰਦਾ ਸਾਰਾ ਇਹਨਾਂ ਦਾ। ਉਹ ਯੋਗ ਥੋੜ੍ਹੀ ਹੈ, ਉਹ ਤਾਂ ਮਾਇਆ। ਪ੍ਰਾਪਤੀ ਕੀ ਹੈ? ਰਿੱਧੀਆਂ ਸਿੱਧੀਆਂ। ਉਹ ਕੀ ਆ? ਮਾਇਆ। ਸਰੀਰ ਮਾਇਆ, ਰਿੱਧੀਆਂ ਸਿੱਧੀਆਂ ਮਾਇਆ। ਸੱਚੇ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾਂ ਤਾਂ ਸਭ ਕੁਝ ਹੀ ਮਾਇਆ, ਉਹ ਤਾਂ ਸਭ ਕੁਝ ਕੂੜ ਕਬਾੜ ਹੀ ਆ। ਜੋਗੀ ਜਨ ਧਿਆਨ ਲਾਉਂਦੇ ਨੇ ਤ੍ਰਿਕੁਟੀ ਵਿੱਚ, ਜਾਂ ਨੱਕ ਦੀ ਸੇਧ 'ਤੇ, ਜਾਂ ਆਸਣ ਪਦਮ ਆਸਣ ਲਾਓ, ਰੀੜ੍ਹ ਦੀ ਹੱਡੀ ਸਿੱਧੀ ਕਰੋ, ਚੌਕੜਾਂ ਇੰਜ ਮਾਰੋ, ਇੰਜ ਨਹੀਂ ਮਾਰਨਾ। ਉਹਨਾਂ ਦਾ ਸਾਰਾ ਜਿਹੜਾ ਯੋਗ ਹੀ ਸਰੀਰ ਦੇ ਨਾਲ ਸੰਬੰਧਿਤ ਹੈ। ਅਤੇ ਗੁਰਬਾਣੀ ਨੇ, ਭਗਤ ਕਬੀਰ ਸਾਹਿਬ ਨੇ ਕਿਹਾ ਸਰੀਰ ਤਾਂ ਮਾਇਆ ਹੈ ਭਾਈ, ਲਿਵ ਥੋੜ੍ਹੀ ਲੱਗਣੀ ਸਰੀਰ 'ਚ ਤੇ ਰਹਿਣਾ। ਹੁਣ ਤੁਸੀਂ ਕਹਿਣਾ ਵੀ ਚੌਕੜਾ ਮਾਰ ਕੇ ਬਹਿਣਾ, ਚੌਕੜਾ ਨਹੀਂ ਪੱਟਣ ਦੇਣਾ। ਕਹਿਣਾ ਧਿਆਨ ਕਿੱਥੇ ਆ ਗਿਆ? ਚੌਕੜੇ 'ਤੇ ਆ ਗਿਆ। ਅਤੇ ਉਹ ਧਿਆਨ ਤਾਂ ਭਾਈ ਸਰੀਰ ਨੇ ਖਿੱਚ ਲਿਆ, ਅਤੇ ਸ਼ਬਦ ਵਿੱਚ ਧਿਆਨ ਕਿੱਥੋਂ ਜਾਣਾ? ਇਹ ਤਾਂ ਆਸਣ ਨੇ, ਜਿਹੜਾ ਮਰਜ਼ੀ ਆਸਣ ਕਰਕੇ ਬਹਿ ਲਓ। ਜਿਹੜਾ ਆਸਣ ਮਰਜ਼ੀ ਕਰਕੇ ਬੈਠਾ ਜਾ ਸਕਦਾ, ਸਾਰੇ ਹੀ ਆਸਣ ਨੇ ਸਰੀਰ ਦੇ। ਲੰਮੇ ਪੈਣਾ ਵੀ ਤਾਂ ਆਸਣ ਹੀ ਹੈ, ਇਹ ਵੀ ਆਸਣ ਹੈ। ਤਦੇ ਕਹਤਾ ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ। ਧਿਆਨ ਸ਼ਬਦ 'ਤੇ ਹੋਣਾ ਚਾਹੀਦਾ। ਸ਼ਬਦ ਚੱਲ ਰਿਹਾ, ਨਹੀਂ ਚੱਲ ਰਿਹਾ, ਮਨ ਕਿੱਥੇ ਭੱਜਦਾ। ਕੀ ਪਵਨ ਹੈ? ਜਿੰਨਾ ਚਿਕਰ ਮਨ ਦਾ ਪਵਨ ਸੁਭਾਅ ਨਹੀਂ ਰੋਕਦੇ, ਉਹਨਾਂ ਚਿਕਰ ਸੁੱਖ ਨਹੀਂ ਬਣਦਾ, ਉਹਨਾਂ ਚਿਕਰ ਜੁੜਿਆ ਨਹੀਂ ਜਾਂਦਾ। ਕਬੀਰ ਸਾਹਿਬ ਜੀ ਕਹਿੰਦੇ ਰੱਬ ਦੇ ਨਾਲ ਜੇ ਤੂੰ ਰੱਬ ਦੇ ਨਾਲ ਜੁੜਨਾ, ਤੇ ਮਨ ਦਾ ਪਵਨ ਸੁਭਾਅ ਜਿਹੜਾ ਇਹ 'ਤੇ ਕੰਟਰੋਲ ਕਰਨਾ ਪਵੇਗਾ, ਇਹਨੂੰ ਰੋਕਣਾ ਪਵੇਗਾ, ਇਹਨੂੰ ਡੋਲਣ ਤੋਂ ਹਟਾਉਣਾ ਪਵੇਗਾ। ਕਹਿੰਦੇ ਰੱਬ ਵਾਲੇ ਪਾਸੇ, ਰੱਬ ਵਾਲੇ ਪਾਸੇ ਜਦੋਂ ਲੱਗ ਗਿਆ ਨਾ, ਇਹਨੂੰ ਡੋਲਣ ਨਹੀਂ ਦੇਣਾ। ਫੇਰ ਨਹੀਂ ਪਵਨ ਬਣਨਾ ਚਾਹੀਦਾ। ਬਾਣੀ ਪੜ੍ਹਦੇ ਆ, ਅਰਦਾਸ ਬੇਨਤੀ ਕਰਤੀ, ਕਿਉਂ ਪਵਨ ਬਣੇਗਾ? ਕਿਉਂ ਡੋਲੇਗਾ? ਕਿਉਂ ਡੋਲੇਗਾ? ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਮਨ ਦਾ ਪਵਨ ਸੁਭਾਅ ਜਿਹੜਾ ਸੀ ਮੇਰਾ ਖਤਮ ਹੋ ਗਿਆ। ਕਬੀਰ ਸਾਹਿਬ ਜੀ ਕਹਿੰਦੇ ਮਨ ਜਿਹੜਾ ਮੇਰਾ ਮਨ ਸੀ ਨਾ, ਸੰਤ ਹੋ, ਉਹਨਾਂ ਦੇ ਕੋਲ ਸਾਧੂਆਂ ਦੀ ਜਮਾਤ ਹੋਣੀ, ਤਦੇ ਕਿਹਾ ਪੈ ਉਪਦੇਸ਼ ਸਾਰਿਆਂ ਨੂੰ। ਜਿਹੜੇ ਸੰਤ ਬਣਨ ਦੇ ਚਾਹਵਾਨ ਨੇ, ਜਿਹੜੇ ਸੰਤ ਬਣ ਚੁੱਕੇ ਨੇ, ਸੋ ਸਭਨਾਂ ਵਾਸਤੇ ਹੀ ਹੈ। ਸੰਤ ਹੋ, ਬਾਣੀ ਨੂੰ ਸੁਣਨੇ ਵਾਲੇ, ਉਪਦੇਸ਼ ਸੁਣਨੇ ਵਾਲੇ, ਹਾਂਜੀ, ਉਪਦੇਸ਼ ਸੁਣਨੇ ਵਾਲੇ ਸੰਤ ਜਿਹਨੇ ਸ਼ਰਵਣ ਕਰਦੇ ਨੇ, ਅੰਦਰਲੇ ਕੰਨਾਂ ਦੇ ਨਾਲ ਉਹਨੂੰ ਸੰਤ ਕਹਿ ਦਿੱਤਾ ਮਹਾਰਾਜ। ਜਿਹੜੇ ਅੰਦਰਲੇ ਕੰਨਾਂ ਦੇ ਨਾਲ ਬਾਣੀ ਨੂੰ ਸੁਣਦੇ ਨੇ, ਧਿਆਨ ਦੇ ਨਾਲ, ਉਹਨਾਂ ਨੂੰ ਸੰਤ ਕਿਹਾ ਸੱਚੇ ਪਾਤਸ਼ਾਹ ਨੇ। ਸੰਤ ਹੋ ਜਿਹੜਾ ਸੁਣੂਗਾ ਬਾਣੀ ਨੂੰ, ਮਨ ਪਵਨ ਹੈ, ਸੁਖ ਬਣਿਆ। ਮਨ ਪਵਨ ਸੀ, ਹੁਣ ਮਨ ਪਵਨ ਨਹੀਂ ਹੈ। ਪਵਨ ਵਾਲਾ ਸੁਭਾਅ ਖਤਮ ਹੋ ਗਿਆ, ਇਹ ਰੁਕ ਗਿਆ, ਅਡੋਲ ਹੋ ਗਿਆ। ਹੁਣ ਸੁੱਖ ਬਣਿਆ। ਕਹਿੰਦੇ ਜਿੰਨਾ ਚਿਕਰ ਡੋਲਦਾ ਸੀ, ਉਹਨਾਂ ਚਿਕਰ ਸੁੱਖ ਨਹੀਂ ਸੀ। ਜਦੋਂ ਇਹ ਰੁਕਿਆ ਨਾ, ਫੇਰ ਕਬੀਰ ਸਾਹਿਬ ਜੀ ਕਹਿੰਦੇ ਕਿਛ ਜੋਗ ਪ੍ਰਾਪਤ ਗਨਿਆ। ਕਹਿੰਦੇ ਫੇਰ ਕਹਿ ਸਕਦੇ ਵੀ ਹਾਂ ਵੀ ਥੋੜ੍ਹਾ ਬਹੁਤ ਜੋਗ ਦੀ ਪ੍ਰਾਪਤੀ ਹੋ ਗਈ ਆ। ਜੇ ਮਨ ਹੀ ਨਹੀਂ ਰੁਕਿਆ, ਤੇ ਕੰਨਾਂ 'ਚ ਮੁੰਦਰਾਂ ਪਾਉਣ ਦੇ ਨਾਲ, ਗਲ ਵਿੱਚ ਝੋਲੀ ਲਟਕਾਉਣ ਦੇ ਨਾਲ, ਭਾਈ ਹੱਥ ਵਿੱਚ ਡੰਡਾ ਫੜਨ ਦੇ ਨਾਲ, ਸਰੀਰ 'ਤੇ ਸਵਾਹ ਮਲਣ ਦੇ ਨਾਲ, ਜਟਾਂ ਵਧਾਉਣ ਦੇ ਨਾਲ, ਘਰ-ਬਾਰ ਛੱਡਣ ਦੇ ਨਾਲ, ਕਹਿੰਦੇ ਕੋਈ ਜੋਗੀ ਨਹੀਂ ਹੋ ਜਾਂਦਾ। ਜਦੋਂ ਮਨ ਰੁਕਦਾ ਹੈ ਨਾ, ਇਹਦਾ ਪਾਉਣ ਵਾਲਾ ਸੁਭਾਅ ਖਤਮ ਹੁੰਦਾ, ਫੇਰ ਕਿਹਾ ਜਾ ਸਕਦਾ ਵੀ ਹਾਂ ਵੀ ਹੁਣ ਤੂੰ ਕੁਝ ਜੋਗੀਆਂ ਦੀ ਗਿਣਤੀ ਵਿੱਚ ਆ ਗਿਆ, ਪੂਰਾ ਨਹੀਂ। ਮਨ ਨੇ ਰੁਕਣਾ, ਉਸ ਤੋਂ ਬਾਅਦ ਸਾਫ਼ ਹੋਣਾ। ਸਫਾਈ ਵੀ ਤਾਂ ਹੋਣੀ ਹੈ ਨਾ। ਚੱਲਦੇ ਫਿਰਦੇ ਮਨ ਦੀ ਸਫਾਈ ਕਿੱਦਾਂ ਕਰੋਗੇ? ਜਦੋਂ ਇਸ਼ਨਾਨ ਕਰੀਦਾ ਤਾਂ ਤੁਰਦੇ ਫਿਰਦੇ ਥੋੜ੍ਹੀ ਕਰਦੇ ਆ। ਉਸ ਵੇਲੇ ਭਾਈ ਸੋ ਬਾਥਰੂਮ 'ਚ ਜਾ ਕੇ ਐਨ ਤਸੱਲੀ ਦੇ ਨਾਲ ਸ਼ਾਵਰ ਲੈਂਦਾ, ਇਸ਼ਨਾਨ ਕਰੀਦਾ। ਮਨ ਦੀ ਸਫਾਈ ਕਰਨੀ ਨੂੰ ਰੋਕਣਾ ਪੈਣਾ।
ਜਦੋਂ ਰੁਕਿਆ ਫਿਰ ਸਾਫ਼ ਕਰਨ ਨੂੰ ਟਾਈਮ ਲੱਗਣਾ। ਜਦੋਂ ਭਰਤਰੀ ਜੋਗੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿ ਦਿੱਤਾ ਸੀ, ਕਹਿੰਦਾ ਮਹਾਰਾਜ ਮਨ ਰੁਕਤਾ ਗਿਆ, ਸਾਫ਼ ਨਹੀਂ ਹੋਇਆ। ਸੱਚੇ ਪਾਤਸ਼ਾਹ ਕਹਿੰਦੇ ਬਹਿ ਜਾ, ਸਾਫ਼ ਵੀ ਕਰ ਦਿੰਦੇ। ਮਹਾਰਾਜ ਨੇ ਗੁਰਮਤ ਦਾ ਯੋਗ ਦ੍ਰਿੜ ਕਰਾ ਦਿੱਤਾ ਉਸਨੂੰ, ਉਹਨੂੰ ਮੂਲ ਮੰਤਰ ਦ੍ਰਿੜ ਕਰਾਇਆ ਸੱਚੇ ਪਾਤਸ਼ਾਹ ਨੇ। ਕਹਿੰਦੇ ਹੁਣ ਦੱਸ, ਕਹਿੰਦੇ ਜੀ ਹੁਣ ਮਨ ਸਾਫ਼ ਹੋ ਗਿਆ, ਮਨ ਹੁਣ ਸਾਫ਼ ਹੋਇਆ। ਕਹਿੰਦੇ ਇਸ ਕਰਕੇ ਪੂਰਾ ਯੋਗ ਨਹੀਂ ਕਿਹਾ, ਜਦੋਂ ਮਨ ਰੁਕਦਾ ਨਾ ਉਹਨੂੰ ਕਹਿੰਦੇ ਕਿਛ ਯੋਗ ਪ੍ਰਾਪਤ ਗਨਿਆ, ਮਤਲਬ ਕੁਛ ਥੋੜ੍ਹਾ ਜਿਹਾ ਯੋਗ ਮਿਲ ਗਿਆ, ਗਿਣਿਆ ਜਾ ਸਕਦਾ, ਕਿਹਾ ਜਾ ਸਕਦਾ ਵੀ ਹੁਣ ਥੋੜ੍ਹਾ ਜਿਹਾ ਯੋਗੀ ਬਣ ਗਿਆ। ਕੌਣ? ਮਨ, ਹੋਰ ਨਹੀਂ ਕਿਸੇ ਦੀ ਗੱਲ। ਬਾਣੀ ਸਾਰੀ ਆਪਣੇ ਆਪ ਨੂੰ ਉਪਦੇਸ਼ ਦਿੰਦੀ ਹੈ। ਆਪਣੇ ਸਰੀਰ ਨਾਲ ਗੱਲਾਂ ਕਰੋ ਜਿੰਨੀਆਂ ਕਰਨੀਆਂ, ਆਪਣੇ ਮਨ ਦੇ ਨਾਲ ਗੱਲਾਂ ਕਰੋ, ਦੂਸਰੇ ਨੂੰ ਉਪਦੇਸ਼ ਦੇਣ ਦੀ ਲੋੜ ਹੀ ਨਹੀਂ। ਹਾਂ, ਮੈਂ ਆਪਣੇ ਆਪ ਨਾਲ ਗੱਲਾਂ ਕਰਦਾ ਕਿ ਦੂਸਰਾ ਲਾਹਾ ਲੈਂਦਾ ਤਾਂ ਬਹੁਤ ਵਧੀਆ ਗੱਲ ਹੈ। ਸੋ ਪੈਂਡਾ ਆਪਣਾ ਜਾਰੀ ਰੱਖੋ, ਕੋਈ ਨਾਲ ਤੁਰ ਪਿਆ ਤੇ ਚੰਗੀ ਗੱਲ। ਕਿਸੇ ਨੂੰ ਨਾਲ ਰਲਾਉਣ ਵਾਸਤੇ ਖੜੇ ਹੋਣ ਦੀ ਲੋੜ ਨਹੀਂ, ਕਿਸੇ ਨੂੰ ਨਾਲ ਰਲਾਉਣ ਵਾਸਤੇ ਖੜੇ ਹੋਣ ਦੀ ਲੋੜ ਨਹੀਂ ਹੈ। ਹਾਂ, ਤੁਰੇ ਜਾ ਰਹੇ ਹਾਂ ਭਾਈ, ਜੇ ਤੁਰਨਾ ਤੇ ਆ ਜਾਓ, ਮੇਰਾ ਰਾਸਤਾ ਚੰਗਾ ਲੱਗਦਾ ਤਾਂ ਆ ਜਾਓ, ਨਹੀਂ ਚੰਗਾ ਲੱਗਦਾ ਤਾਂ ਨਾ ਆਓ। ਆਪ ਨਹੀਂ ਖੜੇ ਹੋਣਾ। ਜਦੋਂ ਖੜ ਗਏ ਤਾਂ ਬਹੁਤ ਫਰਕ ਪੈ ਜਾਂਦਾ। ਖੜਨਾ ਸਵੇਰ ਨਾ ਖੜਨਾ, ਨਾ ਪਿੱਛੇ ਮੁੜ ਕੇ ਵੇਖਣਾ, ਪਿੱਛਾ ਫੇਰ ਨਾ ਮੋਹ ਡੜੜਾ, ਕਹਿੰਦੇ ਫੇਰ ਪਿੱਛਾ ਫੜ ਕੇ ਵੀ ਨਹੀਂ ਦੇਖਣਾ। ਕਹਿੰਦੇ ਹਾਂ ਮਨ ਰੁਕਿਆ, ਫੇਰ ਕਹਿੰਦੇ ਕੁਛ ਯੋਗ ਮਿਲਿਆ, ਕੁਛ ਯੋਗ ਪ੍ਰਾਪਤ ਗਨਿਆ। ਅੱਗੇ ਕਹਿੰਦੇ ਨੇ ਰਹਾਓ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਮਨ ਟਿਕਦਾ ਹੀ ਨਹੀਂ ਸੀ, ਮੋਰੀ ਸਮਝ ਨਹੀਂ ਸੀ ਆਉਂਦੀ ਮੋਰੀ ਕਿਹੜੀ ਹੈ। ਜਿਹਦੇ ਥਾਣੀ ਮਨ ਦੌੜਦਾ ਸੀ ਜਾਂ ਮਨ ਨੂੰ ਵਿਕਾਰਾਂ ਦੀ ਮੈਲ ਲੱਗਦੀ ਸੀ, ਉਹ ਮੋਰੀ ਪਤਾ ਹੀ ਨਹੀਂ ਸੀ। ਕਹਿੰਦੇ ਜਦੋਂ ਹੀ ਮਨ ਰੁਕਿਆ ਤੇ ਗੁਰੂ ਨੇ ਮੋਰੀ ਦਿਖਾਲ ਦਿੱਤੀ। ਗੁਰੂ ਨੇ ਦੱਸਿਆ ਵੀ ਆਹ ਭਾਈ ਮੋਰੀ ਹੈ, ਜਿਹੜੇ ਤੇਰੇ ਹੀ ਗਿਆਨ ਇੰਦਰੇ ਨੇ ਨਾ, ਇਹਨਾਂ ਦੁਆਰਾ ਭੱਜਦਾ ਵਿਚਾਰ। ਜਿਹੜਾ ਵਿਚਾਰ ਹੁਣ ਚਲੋ ਅੱਖਾਂ ਦਾ ਤਾਂ ਪਤਾ, ਕੰਨਾਂ ਦਾ ਪਤਾ, ਜਿਹੜੇ ਸਾਡੇ ਵਿਚਾਰ ਨੇ ਇਹ ਵੀ ਤਾਂ ਮੋਰੀ ਦੇ ਕੰਮ ਕਰ ਜਾਂਦੇ। ਪੁੱਠੇ ਪਾਸੇ ਨੂੰ ਚਲ ਜਾਣ ਤੇ ਮੋਰੀ ਬਣ ਜਾਂਦੇ, ਤੇ ਉਧਰ ਨੂੰ ਉਹਦੇ ਥਾਣੀ ਮੈਲ ਆ ਜਿਹੜੀ। ਹੁਣ ਮਾੜਾ ਵੇਖ ਲਿਆ, ਮਾੜਾ ਸੁਣ ਲਿਆ, ਉਹਦੀ ਵਿਚਾਰ 'ਚ ਪੈ ਗਿਆ, ਚਲੋ ਦੇਖ ਲਿਆ ਮੈਲ ਨਹੀਂ ਲੱਗਦੀ, ਸੁਣ ਲਿਆ ਮੈਲ ਨਹੀਂ ਲੱਗਦੀ, ਜਦੋਂ ਵਿਚਾਰ 'ਚ ਪੈਂਦਾ ਉਦੋਂ ਮੈਲ ਲੱਗਦੀ ਹੈ। ਮਹਾਰਾਜ ਨੇ ਇਹ ਗੱਲ ਸਮਝਾ ਦਿੱਤੀ। ਕਹਿੰਦੇ ਇੱਦਾਂ ਮਨ ਮੈਲਾ ਹੁੰਦਾ, ਤੂੰ ਨਾ ਇਹਦੇ 'ਤੇ ਕੰਟਰੋਲ ਕਰ, ਆਪਣੇ ਵਿਚਾਰਾਂ 'ਤੇ ਕੰਟਰੋਲ ਕਰ। ਜਿਹੜਾ ਤੇਰਾ ਮਨ ਆ, ਬਾਹਰਲੀ ਮੈਲ ਹੁਣ ਨਾ ਲੱਗੇ ਤੇ ਅੰਦਰਲੀ ਸਾਫ਼ ਹੋਣੀ ਸ਼ੁਰੂ ਹੋ ਜਾਵੇ, ਫੇਰ ਗੱਲ ਬਣਦੀ ਹੈ। ਹੁਣ ਮੈਂ ਅੰਦਰੋਂ ਸਾਫ਼ ਵੀ ਕਰੀ ਜਾਵਾਂ, ਬਾਹਰੋਂ ਹੋਰ ਲੱਗੀ ਜਾਵੇ, ਉਹ ਵੀ ਤਾਂ ਗੱਲ ਨਹੀਂ ਬਣਦੀ ਨਾ। ਬਾਹਰੋਂ ਮੈਲ ਨਾ ਆਵੇ, ਅੰਦਰਲੀ ਸਾਫ਼ ਕਰੀ ਜਾ। ਸੋ ਇਹ ਤਦ ਹੋਣਾ ਜੇ ਮਨ ਰੁਕੇਗਾ, ਮਨ ਖੜਾ ਹੋਵੇਗਾ, ਤੇ ਉਹ ਫਿਰ ਗੁਰੂ ਕਿਰਪਾ ਕਰ ਦਿੰਦਾ। ਨਹੀਂ ਆਪ ਕੋਲੋਂ ਹੁੰਦਾ ਤੇ ਗੁਰੂ ਨੂੰ ਬੇਨਤੀ ਕਰ। ਇਹ ਤਾਂ ਆਪਣੇ ਗੁਜ਼ਾਰੇ ਜੋਗੀ ਤੇ ਤਾਂ ਸਫਾਈ ਹਰ ਕੋਈ ਸਾਰੇ ਹੀ ਕਰ ਲੈਂਦੇ ਨੇ, ਕੋਈ ਔਖਾ ਕੰਮ ਤਾਂ ਨਹੀਂ ਹੈ। ਆਹ ਚੰਗੀ ਤਰ੍ਹਾਂ ਸਫਾਈ ਕਰਨੀ, ਫਿਰ ਐਕਸਪਰਟ ਨੂੰ ਲਿਆਉਂਦੇ ਆ ਵੀ ਚੰਗੀ ਤਰ੍ਹਾਂ ਸਫਾਈ ਹੋ ਜਾਵੇ। ਗੁਜ਼ਾਰੇ ਜੋਗੀ ਸਫਾਈ ਸਾਰੇ ਹੀ ਕਰ ਲੈਂਦੇ ਨੇ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭਨਾਂ ਨੂੰ, ਸਿੱਖਾਂ ਨੂੰ ਇਹ ਸਿੱਖ ਮੱਤ ਦੇ ਦਿੱਤੀ ਵੀ ਇੰਝ ਸਫਾਈ ਕਰੀ ਦੀ, ਆਪੋ ਆਪਣੇ ਆਪ ਦੀ ਸਫਾਈ ਕਰ ਲਈ ਦੀ। ਕਹਿੰਦੇ ਗੁਰੂ ਨੇ ਮੈਨੂੰ ਉਹ ਕਮਜ਼ੋਰੀ ਮੇਰੀ ਦਿਖਾਲ ਦਿੱਤੀ। ਮੋਰੀ ਕੀ ਹੈ? ਕਮਜ਼ੋਰੀ ਮੈਨੂੰ ਦਿਖਾਲ ਦਿੱਤੀ। ਇੱਥੋਂ ਮਨ ਤੇਰਾ ਮੈਲਾ ਹੁੰਦਾ ਹੈ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਮਿਰਗ ਕੀ ਹੈ? ਵਿਕਾਰ। ਵਿਕਾਰ ਕਹਿੰਦੇ ਆਣ ਕੇ ਚੋਰੀ ਅੰਦਰ ਦਾਖਲ ਹੋ ਜਾਂਦੇ ਸੀ। ਗੁਰੂ ਨੇ ਦਿਖਾਲ ਦਿੱਤਾ। ਹੁਣ ਮਿਰਗ ਕਿਹਾ? ਮਿਰਗ। ਤੇ ਜੇ ਮਨ ਬਣ ਜਾਵੇ ਸ਼ੇਰ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਹਾ। ਜਦੋਂ ਮਨ ਸ਼ੇਰ ਬਣਦਾ ਨਾ, ਫਿਰ ਇਹਨਾਂ ਨੂੰ ਵਿਕਾਰਾਂ ਨੂੰ ਧੀਰਜ ਨਹੀਂ ਆਉਂਦਾ, ਇਹਨਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਦਾ। ਜਦੋਂ ਮਨ ਸ਼ੇਰ ਬਣਦਾ, ਤੇ ਉਹ ਮਨ ਸ਼ੇਰ ਬਣਨਾ ਜਦੋਂ ਵਿਚਾਰ ਕਰਦਾ, ਜਦੋਂ ਸ਼ਬਦ ਦੇ ਨਾਲ ਜੁੜਦਾ, ਫੇਰ ਹੀ ਮਨ ਸ਼ੇਰ ਬਣਦਾ। ਜਦੋਂ ਚਿੱਤ ਦੇ ਨਾਲ ਜੁੜ ਜਾਂਦਾ, ਫੇਰ ਸ਼ੇਰ ਬਣਦਾ। ਜਦੋਂ ਇੱਕ ਹੋ ਜਾਂਦਾ, ਜਦੋਂ ਆਪਣੇ ਮੂਲ ਨੂੰ ਪਹਿਚਾਣ ਲੈਂਦਾ, ਉਦੋਂ ਤਾਂ ਡੋਲਦਾ ਪਿਆ ਸੀ ਹੈ ਨਾ, ਉੱਦਾਂ ਡੋਲਦੇ। ਪਰ ਜਿਉਂ ਹੀ ਮੂਲ ਦੇ ਨਾਲ ਜੁੜਿਆ, ਇੱਕ ਹੋਇਆ, ਸ਼ੇਰ ਬਣ ਗਿਆ। ਕਹਿੰਦੇ ਫੇਰ ਇਹ ਜਿਹੜੇ ਵਿਕਾਰ ਸੀ, ਇਹਨਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਾ। ਮੂੰਦਲੀਏ ਦਰਵਾਜੇ
ਬਾਜੀਲੇ ਅਨਹਦ ਬਾਜੇ। ਜਿਹੜੇ ਇਹ ਦਰਵਾਜ਼ੇ ਸੀ ਨਾ ਸਰੀਰ ਦੇ, ਇਹ ਫਿਰ ਧਿਆਨ ਦੇ ਨਾਲ ਬੰਦ ਕਰ ਲੈ, ਮੂੰਹ ਧਿਆਨ ਦੇ ਨਾਲ। ਉਂਝ ਤੁਸੀਂ ਕੰਨਾਂ ਦੇ ਵਿੱਚ ਉਂਗਲਾਂ ਦੇ ਲਓ, ਰੂੰ ਦੇ ਲਓ, ਫਿਰ ਵੀ ਨਹੀਂ ਗੱਲ ਬਣਦੀ। ਅੱਖਾਂ ਨੂੰ ਘੁੱਟ ਕੇ ਬੰਦ ਕਰ ਲਓ, ਨਹੀਂ ਗੱਲ ਬਣਦੀ। ਪੱਟੀ ਬੰਨ੍ਹ ਲਓ ਅੱਖਾਂ 'ਤੇ, ਕੱਪੜਾ ਬੰਨ੍ਹ ਲਓ, ਨਹੀਂ ਗੱਲ ਬਣਦੀ। ਧਿਆਨ ਦੇ ਨਾਲ ਇਹ ਦਰਵਾਜ਼ੇ ਬੰਦ ਹੁੰਦੇ। ਇਹ ਵੀ ਨੰਬਰਾਂ ਵਾਲੇ ਲੋਕ ਹੈ, ਇਹਦਾ ਹੈ ਨਹੀਂ, ਦੂਜਾ ਨਹੀਂ, 12 ਜਿੰਦਾ ਨਹੀਂ ਹੈਗਾ। ਧਿਆਨ ਆ, ਧਿਆਨ ਦੇ ਨਾਲ ਹੀ ਰਿਮੋਟ ਕੰਟਰੋਲ ਹੈ। ਧਿਆਨ ਰਿਮੋਟ ਕੰਟਰੋਲ ਹੈ, ਹੋ ਰਿਹਾ ਕੀ? ਧਿਆਨ ਵੀ ਤਾਂ ਰਿਮੋਟ ਕੰਟਰੋਲ ਹੀ ਹੈ। ਧਿਆਨ ਦੇ ਨਾਲ ਅੱਖਾਂ ਬੰਦ ਹੁੰਦੀਆਂ, ਧਿਆਨ ਦੇ ਨਾਲ ਕੰਨ ਬੰਦ ਹੁੰਦੇ ਨੇ। ਸੋ ਇੰਝ ਇਹ ਜਿਹੜੇ 9 ਗੋਲਕਾਂ ਨੂੰ ਧਿਆਨ ਦੇ ਨਾਲ ਬੰਦ ਕਰ ਦੋ, 9 ਦਰਵਾਜ਼ਿਆਂ ਨੂੰ ਧਿਆਨ ਦੇ ਨਾਲ ਬੰਦ ਕਰ। ਕਿਉਂ ਕਰਨਾ ਬੰਦ? ਕਹਿੰਦੇ 10ਵਾਂ 'ਚੋਂ ਖੋਲ੍ਹਣਾ, 10ਵਾਂ ਖੋਲ੍ਹਣਾ ਅਤੇ 9 ਬੰਦ ਕਰਨੇ ਪੈਣੇ। ਉਹ ਧਿਆਨ ਨਾਲ ਬੰਦ ਕਰ। ਧਿਆਨ ਨਾਲ ਕਿੱਦਾਂ ਬੰਦ ਹੋਣਗੇ? ਕਹਿੰਦੇ ਸ਼ਬਦ ਦੇ ਵਿੱਚ ਧਿਆਨ ਲੈ ਜਾ ਨਾ, ਸ਼ਬਦ ਦੇ ਵਿੱਚ ਧਿਆਨ ਨਾਲ ਚੰਗੀ ਮੱਤ ਆਵੇਗੀ ਨਾਲੇ। ਅਤੇ ਜਦੋਂ ਸ਼ਬਦ ਵਿੱਚ ਧਿਆਨ ਚਲਾ ਗਿਆ, ਦਰਵਾਜ਼ਿਆਂ ਵਾਲਾ ਧਿਆਨ ਹੀ ਨਹੀਂ ਜਾਣਾ। ਕੀ ਦੇਖਿਆ, ਕੀ ਸੁਣਿਆ, ਮਤਲਬ ਹੀ ਕੋਈ ਨਹੀਂ ਰਹਿਣਾ ਕਿਤੇ। ਸੋ ਮੂੰਹ ਦਲੀਏ ਦਰਵਾਜ਼ੇ, ਜਦੋਂ ਹੀ ਦਰਵਾਜ਼ੇ ਬੰਦ ਕੀਤੇ। ਦਰਵਾਜ਼ੇ ਕਿਹੜਾ ਬੰਦ ਕਰਨੇ ਆਉਂਦੇ? ਜੇ ਰਿਮੋਟ ਚਲਾਉਣਾ ਨਹੀਂ ਆਉਂਦਾ ਨਾ, ਤੇ ਭਾਈ ਆਹ ਕੰਪਿਊਟਰ ਨਹੀਂ ਕੋਈ ਚਲਾ ਸਕਦਾ, TV ਨਹੀਂ ਕੋਈ ਚਲਾ ਸਕਦਾ, ਬਾਕੀ ਹੋਰ ਵੱਡੀਆਂ ਗੱਲਾਂ ਤਾਂ ਵੱਖਰੀਆਂ ਨੇ ਜੇ ਰਿਮੋਟ ਚਲਾਉਣਾ ਨਹੀਂ ਆਉਂਦਾ। ਇਹ ਧਿਆਨ ਜੇ ਵਰਤਣਾ ਨਹੀਂ ਆਉਂਦਾ, ਫਿਰ ਆਪਣੇ ਦਰਵਾਜ਼ੇ ਕਿੱਦਾਂ ਬੰਦ ਕਰੇਗਾ? ਇਹ ਗੁਰੂ ਦੱਸਦਾ, ਗੁਰੂ ਅੰਦਰੋਂ ਸੋਝੀ ਦਿੰਦਾ। ਜਦੋਂ ਗੁਰੂ ਨੇ ਸੋਝੀ ਦਿੱਤੀ ਨਾ, ਦਰਵਾਜ਼ਿਆਂ ਨੂੰ ਬੰਦ ਕੀਤਾ, ਉਸ ਤੋਂ ਬਾਅਦ ਕੀ ਹੋਇਆ? ਕਹਿੰਦੇ ਬਾਜੀ ਵਾਲੇ ਅਨਹਦ ਬਾਜੇ। ਜਿਹੜਾ ਅਨਹਦ ਬਾਜਾ ਸੀ, ਕਹਿੰਦੇ ਫਿਰ ਅੰਦਰ ਵੱਜ ਗਿਆ। ਅਤੇ ਜੋਗੀ ਕਹਿੰਦੇ ਇੱਦਾਂ ਬਾਜਾ ਵੱਜਦਾ ਹੈ, ਅਨਹਦ ਬਾਜਾ। ਉਹ ਜਿਹੜੀ ਘੂੰ ਘੂੰ ਤੁਸੀਂ ਸੁਣਦੇ ਆ ਨਾ, ਕਹਿੰਦੇ ਕੰਨ ਬੰਦ ਕਰਕੇ, ਉਹ ਨਹੀਂ, ਕਹਿੰਦੇ ਇੱਦਾਂ ਹਿਰਦੇ ਵਿੱਚ ਵੱਜਦਾ। ਕਹਿੰਦੇ ਸੋ ਇੱਦਾਂ ਬਾਜਾ ਵਜਾ, ਆਪਣੇ 9 ਦਰਵਾਜ਼ੇ ਬੰਦ ਕਰ, ਫੇਰ ਵੱਜਣਾ। ਕਹਿੰਦਾ ਬਾਜਾ ਕੁੰਭ ਕਮਲ ਜਲ ਭਰਿਆ, ਜਲ ਮੇਟਿਆ ਉਭਾ ਕਰਿਆ। ਚਾਹੁੰਦੇ ਤਾਂ ਸਾਰੇ ਨੇ ਕਿ ਮੈਨੂੰ ਅੰਮ੍ਰਿਤ ਮਿਲ ਜਾਵੇ। ਜਦੋਂ ਪਤਾ ਲੱਗ ਜਾਂਦਾ ਨਾ ਵੀ ਅੰਮ੍ਰਿਤ ਤਾਂ ਅੰਦਰ ਹੈ, ਅੰਦਰ ਹੈ। ਸੋ ਉਹ ਜਲ ਉਹ ਅੰਦਰ ਹੈ, ਜਿਹਦੇ ਨਾਲ ਤ੍ਰਿਸ਼ਨਾ ਬੁਝਦੀ ਹੈ, ਜਿਹਦੇ ਨਾਲ ਪਿਆਸ ਖਤਮ ਹੋ ਜਾਂਦੀ, ਜਿਹਦੇ ਨਾਲ ਭੁੱਖਾਂ ਸਾਰੀਆਂ ਖਤਮ ਹੋ ਜਾਂਦੀ। ਉਹ ਜਲ ਤਾਂ ਅੰਦਰ ਹੈ, ਪਤਾ ਲੱਗ ਗਿਆ। ਸਾਰੇ ਹੀ ਚਾਹੁੰਦੇ ਨੇ, ਪਰ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਪਹਿਲਾ ਜਲ ਭਰਿਆ ਹੋਇਆ ਉਹ ਡੋਲਣਾ ਪੈਣਾ। ਮਨ ਨੂੰ, ਮਨ ਵਿੱਚ ਗਿਆਨ ਰੱਬੀ ਬਾਣੀ ਦਾ ਉਦੋਂ ਆਵੇਗਾ ਜਦੋਂ ਦੁਨਿਆਵੀ ਗਿਆਨ ਜਿਹੜਾ ਇਹਦੇ ਵਿੱਚੋਂ ਕੱਢ ਦਿੱਤਾ ਜਾਵੇਗਾ। ਜਿਹੜਾ ਆਹ ਅੰਨ ਰਸ ਨੇ ਨਾ, ਸਾਰੇ ਵਿਖੇ ਰਸ ਨੇ, ਸਾਰੇ ਜੋ ਦੇਖਿਆ, ਜੋ ਸੁਣਿਆ, ਜੋ ਜਿੰਨੇ ਵੀ ਸਵਾਦ ਨੇ, ਅੱਖਾਂ ਦਾ ਸਵਾਦ, ਮਨ ਦਾ ਸਵਾਦ, ਜੀਭਾ ਦਾ ਸਵਾਦ, ਬੋਲਣ ਦਾ, ਕੰਨਾਂ ਦਾ, ਜਿੰਨੇ ਸਵਾਦ ਉਹਨਾਂ ਨਾਲ ਭਰਿਆ ਹੋਇਆ ਸੀ। ਵਿਖੇ ਰਸ ਆ ਸਾਰੇ, ਇਹਨਾਂ ਭਰਿਆ ਹੋਇਆ ਸੀ। ਇਹਨੂੰ ਉਭਾ ਕਰਿਆ, ਉਲਟਾਤਾ, ਸਾਰਾ ਹੀ ਜਲ ਡੋਲਤਾ ਜਿੰਨਾ ਸੀਗਾ। ਉਸ ਤੋਂ ਬਾਅਦ ਕੀ ਹੋਇਆ? ਕਬੀਰ ਸਾਹਿਬ ਜੀ ਕਹਿੰਦੇ ਫੇਰ ਬਣੀ ਗੱਲ। ਕਹਿੰਦੇ ਕੁੰਭ ਕਮਲ ਜਲ ਭਰਿਆ। ਕਹਿੰਦੇ ਉਹ ਅੰਮ੍ਰਿਤ ਦੇ ਨਾਲ ਹਿਰਦਾ ਜਿਹੜਾ ਸੀਗਾ, ਹਿਰਦਾ ਕੌਲ ਭਰ ਗਿਆ। ਕਹਿੰਦੇ ਹਿਰਦਾ ਰੂਪ ਜਿਹੜਾ ਘੜਾ ਸੀਗਾ ਨਾ, ਕਹਿੰਦੇ ਫੇਰ ਭਰਿਆ। ਕਹਿੰਦੇ ਪਰ ਕਦੋਂ ਜਲ ਮੇਟਿਆ ਉਭਾ ਕਰਿਆ? ਜਦੋਂ ਪਹਿਲਾ ਗਿਆਨ ਸਾਰਾ ਡੋਲ ਦਿੱਤਾ, ਮੁੰਦਾ ਕਰ ਦਿੱਤਾ, ਚੰਗੀ ਤਰ੍ਹਾਂ ਉਭਾ ਕਰਿਆ ਤੋਂ ਭਾਵ ਹੁੰਦਾ ਵੀ ਚੰਗੀ ਤਰ੍ਹਾਂ ਉਲਟਾਤਾ। ਇੱਕ ਬੂੰਦ ਵੀ ਨਹੀਂ ਰਹੀ, ਦੁਨਿਆਵੀ ਗਿਆਨ ਦੀ ਇੱਕ ਬੂੰਦ ਵੀ ਨਹੀਂ ਰਹੀ। ਕਹਿੰਦੇ ਵਿਖੇ ਵਿਕਾਰਾਂ ਦੇ ਰਸਾਂ ਦੀ ਇੱਕ ਬੂੰਦ ਵੀ ਨਹੀਂ ਰਹੀ, ਪੂਰੀ ਤਰ੍ਹਾਂ ਉਲਟਾ ਕਰ ਦਿੱਤਾ। ਕਹੋ ਕਬੀਰ ਅਬ ਜਨ ਜਾਣਿਆ, ਜੋ ਜਾਣਿਆ ਤਾਉ ਮਨ ਮਾਨਿਆ। ਇਸ ਗਿਆਨ ਨੂੰ ਜਾਣਨੇ ਵਾਲਾ ਜਿਹੜਾ ਹੋਵੇਗਾ ਉਹ ਜਾਣੇਗਾ। ਜਨ ਕੌਣ ਹੁੰਦਾ? ਜਿਹੜਾ ਜਾਣਨ ਦਾ ਚਾਹਵਾਨ ਹੈ। ਤੂੰ ਜਾਣਨ ਦਾ ਚਾਹਵਾਨ ਬਣ, ਫਿਰ ਤੈਨੂੰ ਪਤਾ ਲੱਗ ਜਾਣਾ ਕਿਸ ਕਮਲ ਦੀ ਬਾਤ ਕਰਦੇ ਨੇ, ਕਿਸ ਜਲ ਦੀ ਗੱਲ ਕਰਦੇ ਨੇ, ਕਿਸ ਬਾਜੇ ਦੀ ਗੱਲ ਕੀਤੀ ਜਾ ਰਹੀ ਹੈ, ਕਿਸ ਮੋਰੀ ਦੀ ਗੱਲ ਕੀਤੀ ਜਾ ਰਹੀ ਹੈ। ਉਹ ਭਾਈ ਸੋ ਇਹ ਕਿਸ ਮਨ ਪਵਨ ਦੀ ਗੱਲ ਕੀਤੀ? ਜਾਣਨੇ ਵਾਲਾ ਤਾਂ ਬਣ, ਜਨ ਤਾਂ ਬਣ। ਕਬੀਰ ਸਾਹਿਬ ਜੀ ਕਹਿੰਦੇ ਮੈਂ ਜਨ ਬਣਿਆ, ਮਨੂ ਨੇ ਜਨ ਬਣਾਇਆ। ਮੈਂ ਜਾਣ ਗਿਆ। ਜਨ ਹੀ ਜਾਣਦਾ ਹੁੰਦਾ, ਜੇ ਜਨ ਨਹੀਂ ਕੋਈ ਜਾਣ ਸਕਦਾ। ਇਸ ਕਰਕੇ ਬ੍ਰਹਮ ਗਿਆਨ ਨੂੰ ਜਾਣਨ ਦੇ ਵਾਸਤੇ ਜਨ ਦਾ ਬਣਨਾ ਜ਼ਰੂਰੀ। ਜਨ ਜਾਣੇ ਹੈ,
ਜਾਓ ਜਾਣਿਆ ਤਾਓ ਮਨ ਮਾਨਿਆ। ਜਦੋਂ ਹੀ ਜਨ ਬਣ ਕੇ ਅੰਦਰਲੀ ਖੇਡ ਨੂੰ ਜਾਣਿਆ ਤੇ ਮਨ ਇੱਕ ਸੈਕਿੰਡ ਦੇ ਵਿੱਚ ਮੰਨ ਗਿਆ, ਮਨ ਮੰਨ ਗਿਆ ਮੈਂ ਗਲਤ ਸੀ, ਮੈਨੂੰ ਹੁਣ ਪਤਾ ਲੱਗਾ, ਹੁਣ ਮੈਨੂੰ ਗਿਆਨ ਹੋਇਆ ਤੇ ਹੁਣ ਨਹੀਂ ਮੈਂ ਬਾਹਰ ਜਾਵਾਂਗਾ। ਪਹਿਲੋਂ ਰੋਕਿਆ, ਦਰਵਾਜ਼ੇ ਬੰਦ ਕੀਤੇ, ਜਿੰਨਾ ਪਾਣੀ ਗਲਤ ਸੀਗਾ ਸਾਰਾ ਸੁੱਟ ਦਿੱਤਾ, ਫਿਰ ਬਾਣੀ ਦੀ ਵਿਚਾਰ ਕਰਦਿਆਂ ਕਰਦਿਆਂ ਅੰਮ੍ਰਿਤ ਦੇ ਨਾਲ ਭਰ ਗਿਆ। ਇਸ ਸਾਰੇ ਸਿਸਟਮ ਨੂੰ ਜਨ ਬਣ ਕੇ ਜਾਣ ਗਿਆ ਵੀ ਇੱਦਾਂ ਹੁੰਦੀ। ਜਦੋਂ ਸਮਝ ਆ ਗਈ ਮੁੜ ਕੇ ਨਹੀਂ ਵਿਕਾਰਾਂ ਵਾਲੇ ਪਾਸੇ ਨੂੰ ਗਿਆ। ਨਹੀਂ ਵੀ ਅਸਲੀਅਤ ਇਹ ਹੈ, ਬਾਕੀ ਤਾਂ ਸਾਰਾ ਕੁਝ ਕੂੜ। ਉਹ ਜਿਨ੍ਹਾਂ ਨੇ ਜਾਣਿਆ ਸੀ ਤਦੇ ਹੀ ਉਹਨਾਂ ਨੇ ਕਹਿ ਦਿੱਤਾ, ਨਾਨਕ ਬਖਾਣੇ ਬੇਨਤੀ ਤੁਦਬਾਜ ਕੂੜੋ ਕੂੜ। ਕਿੱਥੋਂ ਸ਼ੁਰੂ ਕਰਦੇ ਨੇ? ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਮੀਆਂ, ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜਾ ਨੇਹੋ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚਿਆ ਦੋਸਤੀ ਸਭ ਜਗ ਚੱਲਣਹਾਰ। ਟੋਟਲੀ ਕੂੜ ਕਹਿਤਾ ਕਿਉਂਕਿ ਜਾਣਿਆ ਹੋਇਆ ਸੀ। ਜਿਸ ਨੇ ਵੀ ਜਨ ਬਣ ਕੇ ਜਾਣ ਲਿਆ ਉਹ ਸਾਰਿਆਂ ਨੂੰ ਕੂੜ ਹੀ ਆਖੇਗਾ। ਫਿਰ ਜਾਵੇਗਾ ਕੂੜ ਵੱਲ? ਉਹ ਨਹੀਂ ਜਾਂਦਾ। ਕਬੀਰ ਸਾਹਿਬ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਮਿਹਰ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ। ਮਨ ਮਜੀਆਂ ਵਧਾਈਆਂ, ਰਾਗ ਰਤਨ ਪਰਵਾਨ ਬਨੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਾਉ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਂਝੇ ਸ਼ਬਦ ਖਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਹੰਦਾਰੂ, ਸਾਚ ਨਾਮ ਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਕਰ ਵਿਟਾਂ। ਜਿਸ ਦੀਆਂ ਹੀ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ, ਕਾਲਾ ਜਿਤ ਕਰਤਾਰੀਆ। ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ, ਤੁਰ ਜਿਨ ਕਉ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਹੋਆ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੈ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੋਹਰੋ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਥੋਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ। तुम मात पिता हम बारक तेरे, तुमरी कृपा में सुख कनेरे। कोई न जाने तुमरा ऊंचे ते ऊंचा भगवंत। सगल समगरी तुमरे सूत्र तारी, तुम ते होए आज्ञाकारी। तुमरी गत मृत तुम ही जानी, नानक दास सदा कुर्बानी। बोलो जी वाहिगुरू।
ਸ਼੍ਰੀ ਗੁਰੂ ਗ੍ਰੰਥ ਜੀ ਸਹਾਇ ਵਾਰ ਸ਼੍ਰੀ ਗੁਰੂ ਗ੍ਰੰਥ ਜੀ ਕੀ ਪਾਤਸ਼ਾਹ ਕਰਤਮ ਗ੍ਰੰਥ ਜੀ ਸੰਤਾਇ ਗੁਰੂ ਨਾਨਕ ਦੇਵ ਜੀ ਆਏ ਗੁਰੂ ਦਾਸ ਰਾਮਦਾਸ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ਼੍ਰੀ ਖੰਡ ਰਾਏ ਸ਼੍ਰੀ ਹਰਿ ਦੇਵ ਬਹਾਦਰ ਸਿਮਰਿਆ ਕਰਨੋ ਪਿਆ ਤਾਰੇ ਸਤਿ ਸਹਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨੂੰ ਬੋਲੋ ਜੀ ਵਾਹਿਗੁਰੂ। ਪੰਜਾਬ ਪਿਆਰਿਆਂ ਚੌਂਕ ਸਾਹਿਬਾਂ ਦੇ ਜਾਲੀ ਅਠਨੀਆਂ ਜਿਤਨੀਆਂ ਸਿੱਧ ਜਿਨ੍ਹਾਂ ਤੇ ਦੇਵ ਜਲਾਈ ਤੇ ਗਵਾਰ ਦੇ ਜਿਨ੍ਹਾਂ ਪਿਆਰੇ ਸੱਚੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮੇ ਕਾਰਿਆ ਸਿੱਖੀ ਸਿੱਖੀ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਨਾਲ ਧਿਆਨ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਰਬੱਤ ਖਾਲਸਾ ਜੀ ਕੀ ਨਿਗਾਹ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜਿਤੇ ਆਪ ਖਾਲਸਾ ਜੀ ਦਾ ਸਰਬੱਤ ਹੋਵੇ ਜਾਂ ਜਾਂ ਖਾਲਸਾ ਜੀ ਸ਼ਾਇਦ ਪ੍ਰਾਪਤ ਦੇ ਸਾਹਿਬ ਜੀ ਸਹਾਰੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਦੀ ਸਿੱਖੀ ਦਾ ਇਸਲਾਮ ਰਹਿਤ ਦਾਨ ਵੇਦ ਦਾਨ ਸਾਧ ਦਾਨ ਸਿੱਧਾ ਨਾਮ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨਹੀਂ ਮਨ ਜੀ ਮਤ ਤੇਰਾ ਕੀਆ ਨੇਂਦਰ ਰੱਖਾ ਇਹ ਸੱਚੇ ਪਾਤਸ਼ਾਹ ਦਾ ਰਤਿਆ ਤੁਝੇ ਆਪੋ ਪਾਵੇ ਅਮਰ ਵੇਦੇ ਦੇ ਦੀਵਾਨ ਸਜੇ ਸਜੇ ਦੀਵਾਨ ਨੇਮ ਦੀਆਂ ਬਾਤਾਂ ਆਸ਼ਾ ਜੀ ਦੀ ਬਾਤ ਤੇ ਇਹ ਜੁਗਤ ਤੋਂ ਚਾਰ ਦੀ ਸਭ ਛੇ ਕੋ ਲਾਨ ਜੀ ਪਾਣੀ ਦੀ ਬਾਤ ਦਾ ਮਹਾਤਮਾ ਨੂੰ ਬਖਸ਼ਣਾ ਤੇਲ ਦਾ ਕੋਲ ਹਾਰ ਦਾ ਸਰਬੱਤ ਸੰਤਾਂ ਦੀਆਂ ਮਨੋਕਾਮਨਾਵਾਂ ਬਖਸ਼ਿਆਂ ਦਾ ਪ੍ਰਾਪਤ ਸ਼ਾਸਨ ਦੇ ਬੜੀ ਕੌਮ ਸੱਚੀ ਸੀਲ ਪ੍ਰਸ਼ਾਦ ਸੰਤਾਂ ਦੀ ਵਰਤੇ ਜਿਵੇਂ ਬਖਸ਼ੋ ਸੰਤਾਂ ਨੂੰ ਨਿਹਾਲ ਕਰੋ ਸਿੰਘ ਪਿਆਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਾਗੇ ਆਪਣੀ ਵਿਕਾਰ ਕੀ ਤਵੀ ਚਲਾਇਓ ਪੰਥ ਸਭ ਸੇਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਜੀ ਮੰਨਿਆ ਪ੍ਰਗਟ ਗੁਰਾਂ ਕੀ ਦੇ ਪ੍ਰਭੂ ਮਲਵੋ ਚਾਹੈ ਖੋਜ ਸ਼ਬਦ ਮੈਂ ਲੇ ਰਾਜ ਕਰੀ ਕਾ ਖਾਲਸਾ ਆਕੀ ਰਹੇ ਨ ਕੋਏ ਵਾਰ ਬਈ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਵਾਜ ਹੈ ਚੜੇ ਸੋਤਰੇ ਪਾਰ ਸ਼ਬਦਾ ਕਰ ਸਿੰਘ ਦੇ ਗੁਰ ਪਾਰ ਉਤਾਰਨ ਹਾਰ ਕੇ ਹਾਥ ਮੈਂ ਕਲਗੀ ਸੋਏ ਸੀਸ ਹਮਰੀ ਅਛਿਆ ਕਰੇ ਗੁਰੂ ਕਲਗੀ ਧਰ ਜਗਦੀਸ਼ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਸੋ ਕਹੂੰ ਟਲ ਗੁਰ ਸੇਵੀਆ ਅਹਨ ਸਹਿ ਸੁਭਾਇ ਦਰਸ਼ਨ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਏ ਹੂੰ ਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ। ਵਾਹਿਗੁਰੂ ਜੀ। ਬਿਲਾਵਲ ਮਹੱਲਾ ਤੀਜਾ।
ਪੂਰਾ ਥਾਟ ਬਣਾਇਆ ਪੂਰਾ ਵੇਖੋ ਏਕ ਸਮਾਨਾ। ਪੂਰਾ ਥਾਟ ਬਣਾਇਆ ਪੂਰਾ ਵੇਖੋ ਏਕ ਸਮਾਨਾ। ਇਸ ਪਰ ਪੰਚ ਮੈਂ ਸਾਚੇ ਨਾਮ ਕੀ ਵਡਿਆਈ। ਮਤ ਕੋ ਤਰਹੁ ਗੁਮਾਨਾ। ਸਤਿਗੁਰ ਕੀ ਜਿਸਨੋ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ। ਏ ਬਾਣੀ ਜੋ ਜੀਉ ਜਾਣ ਤਿਸ ਅੰਤਰ ਰਵੈ ਹਰ ਨਾਮਾ ਰਹਾਉ। ਚੌਂ ਜੁਗਾਂ ਕਾ ਹੁਣ ਨਿਵੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ। ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ। ਕਲ ਮਹਿ ਕੀਰਤ ਹਰ ਨਾਮਾ। ਜੁਗ ਜੁਗ ਆਪੋ ਆਪਣਾ ਧਰਮ ਹੈ। ਸੋਧ ਦੇਖੋ ਵੇਦ ਪੁਰਾਨਾ। ਗੁਰਮੁਖ ਜਿਨੀ ਤੇ ਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ। ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੁਕੈ ਮਨ ਅਭਿਮਾਨ। ਕਹਿਤ ਸੁਣਤ ਸਭੇ ਸੁਖ ਪਾਵੈ ਮਾਨਤ ਪਾਹੇ ਨਿਧਾਨਾ। ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੁਕੈ ਮਨ ਅਭਿਮਾਨਾ। ਕਹਿਤ ਸੁਣਤ ਸਭੇ ਸੁਖ ਪਾਵੈ ਮਾਨਤ ਪਾਹੇ ਨਿਧਾਨਾ। ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਜਪੋ ਸਤਿਨਾਮ ਸਤਿਨਾਮ ਸਤਿਨਾਮ। ਵਾਹਿਗੁਰੂ ਵਾਹਿਗੁਰੂ ਜਪੋ ਸਤਿਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।